बिस्मिल्लाहिर्रहमानिर्रहीम। मैं डॉक्टर नसीम रहीम फ्राम छत्तापुर। अच्छा दोस्तों, कुछ अर्सा पहले ਅਸੀਂ ਇੱਕ ਵੀਡੀਓ ਪਾਈ ਸੀ ਕਿ ਅਗਰ ਕਿਸੇ ਬੰਦੇ ਨੂੰ ਅਚਾਨਕ ਫਾਲਜ ਹੋ ਜਾਵੇ, ਹੋਮਿਓਪੈਥਿਕ ਦਵਾ ਕਾਸਟਿਕਮ ਦੀ ਸੀਐਮ ਦੀ ਅਗਰ ਉਹਨੂੰ ਫੌਰੀ ਤੌਰ ਤੇ ਖੁਰਾਕ ਦਿੱਤੀ ਜਾਵੇ ਤੇ ਉਹ ਜਿਹੜਾ ਫੌਰੀ ਹੋਣ ਵਾਲਾ ਅਟੈਕ ਆ, ਫਾਲਜ ਦਾ ਅਟੈਕ, ਉਹ ਨਾ ਸਿਰਫ ਠੀਕ ਹੋ ਜਾਂਦਾ ਹੈ ਬਲਕਿ ਮੁਕੰਮਲ ਤੌਰ ਤੇ ਮਰੀਜ਼ ਸਿਹਤਯਾਬ ਹੋ ਸਕਦਾ ਹੈ। ਬਹੁਤ ਸਾਰੇ ਲੋਕਾਂ ਨੇ ਮੈਸੇਜ ਕੀਤੇ, ਕਾਲਾਂ ਕੀਤੀਆਂ। ਕਿਸੇ ਨੇ ਕਿਹਾ ਜੀ ਡਾਕਟਰ ਸਾਹਿਬ ਮੈਨੂੰ ਅਰਸਾ 6 ਸਾਲ ਤੋਂ ਫਾਲਜ ਆ, ਕਿਸੇ ਨੇ ਕਿਹਾ 5 ਸਾਲ ਤੋਂ ਫਾਲਜ ਆ, ਕਿਸੇ ਨੇ ਕਿਹਾ ਜੀ ਮੈਨੂੰ 2 ਸਾਲ ਤੋਂ ਫਾਲਜ ਆ, ਕਿਆ ਮੈਂ ਦਵਾਈ ਲੈ ਸਕਦਾ ਹਾਂ? ਮਗਰ ਦੋਸਤੋ, ਅਸੀਂ ਦੱਸਿਆ ਸੀ ਕਿ ਅਗਰ ਕਿਸੇ ਨੂੰ ਐਮਰਜੈਂਸੀ ਤੌਰ ਤੇ ਅਟੈਕ ਹੋ ਜਾਂਦਾ ਹੈ ਤੇ ਉਹਨੂੰ ਸੀਐਮ ਦੀ ਇੱਕ ਡੋਜ਼ ਦਿੱਤੀ ਜਾਵੇ। ਤੇ ਬਹੁਤ ਸਾਰੇ ਲੋਕਾਂ ਨੇ ਉਹ ਸੀਐਮ ਦੇ ਬਾਰੇ ਪੁੱਛਿਆ ਕਿ ਜੀ ਡਾਕਟਰ ਸਾਹਿਬ ਅਸੀਂ ਲੈ ਲਈਏ। ਤੇ ਦੋਸਤੋ, ਅਸੀਂ ਇਸ ਲਈ ਅੱਜ ਵੀਡੀਓ ਬਣਾ ਰਹੇ ਹਾਂ ਕਿ ਮੇਰੇ ਜਿਹੜੇ ਭਾਈ ਅਰਸਾ ਦਰਾਜ਼ ਤੋਂ ਫਾਲਜ ਦਾ ਸ਼ਿਕਾਰ ਨੇ ਔਰ ਹੱਦ ਤੋਂ ਜ਼ਿਆਦਾ ਕਮਜ਼ੋਰੀ ਵੀ ਹੋ ਗਈ ਆ, ਵਾਹਦ ਆਜ਼ਾਦ ਦਾ ਫਾਲਜ ਆ, ਕਿਸੇ ਵੀ ਇੱਕ ਹਿੱਸੇ ਦਾ ਫਾਲਜ ਆ ਜਾਂ ਸਾਰੇ ਜਿਸਮ ਦਾ ਫਾਲਜ ਆ, ਜ਼ਬਾਨ ਦਾ ਫਾਲਜ ਹੋਵੇ, ਅੱਖ ਦਾ, ਨੱਕ ਦਾ, ਯਾਨੀ ਐਨੀਮਨ ਕਿਸੇ ਵੀ ਹਿੱਸੇ ਨੂੰ ਫਾਲਜ ਹੋ ਜਾਵੇ, ਬਾਜ਼ੂ ਦਾ ਫਾਲਜ ਹੋਵੇ, ਕਿਸੇ ਲੱਤ ਦਾ ਫਾਲਜ ਹੋ ਜਾਏ, ਜ਼ਬਾਨ ਦਾ ਫਾਲਜ ਹੋ ਜਾਏ, यानी दोवां टांगां दा फालज हो जाए, दोनों टांगां में फालज है, बाजुआं दा फालज होवे, फालज किसी भी किस्म दा होवे। अज उसदी रेमडी असीं दसनी आ कि एक वाहद रेमडी जिहड़ी तकरीबन 90 ਤੋਂ 90% फालज नूं क्योर करन दी सलाहियत रखदी आ। अज असीं उहदे बारे दसना है, ਉਹ ਕਿਵੇਂ ਲੈ ਸਕਦਾ ਹੈ। ਮਸਾਨੇ ਦਾ ਫਾਲਜ ਹੋ ਜਾਏ, ਮਕਦ ਦਾ ਫਾਲਜ ਹੋ ਜਾਏ। ਅੱਛਾ ਦੋਸਤੋ, ਰਾਸ਼ਾ ਤੇ ਐਂਠਨ ਇਹ ਵੀ ਫਾਲਜ ਦੀਆਂ ਕਿਸਮਾਂ ਨੇ। ਅਗਰ ਕਿਸੇ ਅਜ਼ੀਜ਼ ਦੋਸਤ ਨੂੰ ਰਾਸ਼ਾ ਹੋ ਗਿਆ ਹੈ ਜਾਂ ਐਂਠਨ ਹੋ ਗਈ ਜਾਂ ਖਿਚਾਓ ਹੋ ਗਿਆ ਹੈ, ਜਿਸਮ ਦਾ ਕੋਈ ਹਿੱਸਾ ਬੇਹਿੱਸ ਹੋ ਗਿਆ ਹੈ ਜਾਂ ਸੁੰਨਪਨ ਹੋ ਗਿਆ ਹੈ, ਜਦੋਂ ਫਾਲਜ ਹੁੰਦਾ ਨਾ ਉਹ ਹਿੱਸਾ ਸੁੰਨ ਵੀ ਹੋ ਜਾਂਦਾ ਹੈ। ਜੋੜਾਂ ਦੇ ਜਿਹੜੇ ਬੰਧਨ ਹੁੰਦੇ ਆ ਨਾ ਉਹ ਸੁੱਕੜ ਗਏ ਨੇ, ਲਰਜ਼ਾ ਤੇ ਕਪਕਪੀ ਤਾਰੀ ਰਹਿੰਦੀ ਆ। ਇਸ ਦੇ ਬਾਵਜੂਦ ਵੀ ਅਗਰ ਇਹ ਮਸਾਇਲ ਵੀ ਹਨ ਤੇ ਸਾਡੀ ਅੱਜ ਦੀ ਰੈਮਡੀ ਨਾ ਸਿਰਫ ਉਹਨੂੰ ਫੌਰੀ ਤੌਰ ਤੇ ਕਵਰ ਕਰ ਸਕਦੀ ਆ ਬਲਕਿ ਕੁਝ ਅਰਸੇ ਤੋਂ ਬਾਅਦ ਉਹ ਤੁਹਾਡਾ ਹਿੱਸਾ ਜਿਹੜਾ ਮਫਲੂਜ ਹੋ ਚੁੱਕਿਆ ਹੈ, ਜਿਹਨੂੰ ਫਾਲਜ ਹੋ ਚੁੱਕਿਆ ਹੈ, ਉਹ ਠੀਕ ਹੋਣ ਦੀ ਹਾਲਤ ਆ ਜਾਏਗਾ ਔਰ ਉਹ ਠੀਕ ਹੋ ਜਾਏਗਾ। ਔਰ ਤੁਸੀਂ ਦੇਖੋਗੇ ਕਿ ਜਿਹੜਾ ਤੁਸੀਂ ਸਾਲਾਂ ਸਾਲ ਤੋਂ ਇਲਾਜ ਕਰਾ ਰਹੇ ਹੋ, ਐਲੋਪੈਥਿਕ ਦਵਾਈਆਂ ਖਾ ਰਹੇ ਹੋ, ਇੰਜੈਕਸ਼ਨ ਲਵਾ ਰਹੇ ਹੋ, ਅਗਰ ਉਹਦੇ ਨਾਲ ਵੀ ਕਵਰ ਨਹੀਂ ਹੋਇਆ ਤੇ ਹੋਮਿਓਪੈਥਿਕ ਦੀ ਇਹ ਰੈਮਡੀ ਜਿਹੜੀ ਅਸੀਂ ਤੁਹਾਨੂੰ ਦੱਸਣੀ ਆ, ਇਹਦੇ ਨਾਲ ਉਹ ਕਵਰ ਹੋ ਗਿਆ। ਲਕਵਾ ਵੀ ਫਾਲਜ ਦੀ ਕਿਸਮ ਆ। ਅਗਰ ਕਿਸੇ ਮੇਰੇ ਭਾਈ ਨੂੰ ਲਕਵਾ ਹੋ ਗਿਆ ਹੈ ਉਹ ਵੀ ਠੀਕ ਹੋ ਸਕਦਾ ਹੈ। ਤੇ ਦੋਸਤੋ, ਕਰਨਾ ਕੀ ਆ, ਦੇਖੋ, ਹੋਮਿਓਪੈਥਿਕ ਦਵਾ ਕਾਸਟਿਕਮ 200 ਤਾਕਤ ਦੇ ਵਿੱਚ ਲੈਣੀ ਆ। ਕਾਸਟਿਕਮ 200 ਤਾਕਤ ਚ 5 ਕਤਰੇ 2 ਘੁੱਟ ਪਾਣੀ ਚ ਪਾ ਕੇ ਦਿਨ ਚ ਇੱਕ ਦਫਾ ਪੀਣੀ ਆ ਔਰ ਇਸ ਦਵਾਈ ਨੂੰ ਕੰਟੀਨਿਊ ਕਰਨਾ ਵਾ। ਕੋਈ ਮਹੀਨਾ 2 ਮਹੀਨੇ, ਜਿਵੇਂ ਜਿਵੇਂ ਤੁਹਾਨੂੰ ਆਰਾਮ ਆ ਜਾਏ ਉਵੇਂ ਦਵਾਈ ਨੂੰ 3 ਦਿਨ ਤੋਂ ਬਾਅਦ ਸ਼ੁਰੂ ਕਰ ਦੇਣਾ, 4 ਦਿਨ ਤੋਂ ਬਾਅਦ ਸ਼ੁਰੂ ਕਰ ਦੇਣਾ। ਯਾਨੀ ਪਹਿਲੇ ਜਿਹੜਾ ਮਹੀਨਾ ਜਾਂ 1.5 ਮਹੀਨਾ ਦਵਾਈ ਲੈਣੀ ਆ, ਜਿੰਨੀ ਦੇਰ ਤੁਹਾਨੂੰ ਜ਼ਿਆਦਾ ਤਕਲੀਫ ਆ, 5 ਕਤਰੇ ਰੋਜ਼ਾਨਾ 2 ਘੁੱਟ ਪਾਣੀ ਚ ਪਾ ਕੇ ਪੀਂਦੇ ਰਹਿਣਾ ਹੈ। ਜਦੋਂ ਤੁਹਾਡਾ ਉਹ ਅਜ਼ਾ ਕੰਮ ਕਰਨ ਲੱਗ ਪਏ, ਸੁੰਨਪਨ ਖਤਮ ਹੋ ਜਾਏ, ਉਹ ਫਾਲਜ ਦੀ ਜਿਹੜੀ ਕੰਡੀਸ਼ਨ ਆ ਉਹ ਘਟਣ ਲੱਗ ਪਵੇ, ਤੁਹਾਡਾ ਅਜ਼ਾ ਕੰਮ ਕਰਨ ਲੱਗ ਪਿਆ, ਤੁਸੀਂ ਚੱਲਣ ਫਿਰਨ ਲੱਗ ਪਏ ਹੋ, ਅਗਰ ਤੁਹਾਨੂੰ ਚੱਲ ਫਿਰ ਨਹੀਂ ਸਕਦੇ, ਤੇ ਇਹ ਜਿਹੜੀ ਦਵਾਈ ਆ ਹਰ ਤੀਸਰੇ ਦਿਨ 5 ਕਤਰੇ ਕਰ ਦੇਣੀ ਆ, ਮਗਰ ਇਹਨੂੰ ਕੰਟੀਨਿਊ ਕਰਨਾ ਜਿੰਨੀ ਦੇਰ ਤੁਸੀਂ ਠੀਕ ਨਹੀਂ ਹੁੰਦੇ। ਤੇ ਦੋਸਤੋ, ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਵੀਡੀਓ ਹੋਰ ਲੋਕਾਂ ਤੱਕ ਪਹੁੰਚੇ ਔਰ ਉਹਨਾਂ ਦਾ ਫਾਇਦਾ ਹੋਵੇ। ਸਾਡੇ ਅਕਾਊਂਟ ਨੂੰ ਫਾਲੋ ਕਰ ਲਓ ਤਾਂ ਕਿ ਤੁਹਾਡਾ ਔਰ ਸਾਡਾ ਰਾਬਤਾ ਰਵੇ। ਸ਼ੁਕਰੀਆ। ਅੱਲਾ